बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे वीलॉग दे विच मैं तुहानूं एक इंतहाई अफसोसनाक वाक़या कि एक नवे जोड़े दी जिस वेले शादी हुंदी आ ते ओह दावत ते जांदे ने ते दावत ते जिस वेले जांदे ने हजे दावत खाधी नहीं ਤੇ ਦਾਵਤ ਦੇ ਬਹਾਨੇ ਉਹਨਾਂ ਨੂੰ ਬੁਲਾ ਲਿੱਤਾ ਜਾਂਦਾ ਤੇ ਉਹਨੂੰ ਫਿਰ ਦੋਨਾਂ ਨੂੰ ਵਿਚਾਰਿਆਂ ਨੂੰ ਨਵੇਂ ਜੋੜੇ ਨੂੰ ਜਿਨ੍ਹਾਂ ਨੇ ਹਜੇ ਸ਼ਾਦੀ ਕਰਵਾ ਕੇ ਪਹਿਲੀ ਦਫਾ ਗਏ ਨੇ ਤੇ ਦੋਨਾਂ ਨੂੰ ਮਾਰ ਦਿੱਤਾ ਜਾਂਦਾ। ਆਇਆ ਇਸ ਮਾਰਨੇ ਦੀ ਵਜ੍ਹਾ ਦੇ ਪਿੱਛੇ ਕਿਹਦਾ ਹੱਥ ਸੀ, ਕਿਉਂ ਉਹਨਾਂ ਨੂੰ ਮਾਰਿਆ ਗਿਆ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ ਜਿਹੜਾ ਜੇਲਮ ਦੇ ਇਲਾਕੇ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਆ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਸੀ ਰਜ਼ਾਕ ਦੀ ਬੀਵੀ ਦਾ ਨਾਮ ਸੋਬੀਆ। ਉਹਨਾਂ ਦੀ ਇੱਕ ਬੇਟੀ ਸੀ ਆਇਸ਼ਾ ਜਿਹਦੀ ਉਮਰ 21 ਸਾਲ ਸੀ। ਰਜ਼ਾਕ ਸਾਹਿਬ ਦੇ ਘਰ ਦੇ ਕੋਲ ਹੀ ਇੱਕ ਦੁਕਾਨ ਸੀ, ਬਿਜਲੀ ਦੀ, ਇਲੈਕਟ੍ਰੀਸ਼ੀਅਨ ਸੀ। ਤੇ ਇੱਕ ਦਿਨ ਇਹਨਾਂ ਦੇ ਘਰ ਦਾ ਪੰਪ ਖਰਾਬ ਹੋ ਗਿਆ। ਰਜ਼ਾਕ ਸਾਹਿਬ ਜਾਂਦੇ ਨੇ ਉਸ ਇਲੈਕਟ੍ਰੀਸ਼ੀਅਨ ਦੇ ਕੋਲ, ਜਾ ਕੇ ਕਹਿੰਦੇ ਨੇ ਯਾਰ ਕਿ ਮੇਰਾ ਆਹ ਮੋਟਰ ਆ ਜਿਹੜੀ ਪੰਪ ਦੀ ਇਹ ਜਲ ਗਈ ਆ ਤੇ ਮੈਨੂੰ ਇਹਨੂੰ ਰਿਪੇਅਰ ਕਰ ਦਿਓ। ਕਹਿੰਦਾ ਠੀਕ ਆ, 2 ਘੰਟੇ ਤੱਕ ਆ ਜਾਣਾ, ਮੈਂ ਰਿਪੇਅਰ ਕਰ ਦਿਆਂਗਾ, ਸੈੱਟ ਹੋ ਜਾਏਗੀ। ਤੇ ਉਹਦੇ ਨਾਲ ਪੈਸੇ ਮੁਕਾ ਲਿੱਤੇ ਜਾਂਦੇ ਨੇ ਤੇ ਉਹ ਮੋਟਰ ਨੂੰ ਠੀਕ ਕਰ ਦਿੰਦਾ। ਉਸ ਦੁਕਾਨਦਾਰ ਦਾ ਨਾਮ ਹਸਨ ਸਲੀਮ ਹੁੰਦਾ, ਉਹਦੀ ਉਮਰ 27 ਸਾਲ ਹੁੰਦੀ ਆ। ਤੇ ਫੋਨ ਕਰਦਾ ਰਜ਼ਾਕ ਕਿ ਤੂੰ ਮੋਟਰ ਜਿਹੜੀ ਹੈ ਯਾਰ ਮੇਰੇ ਘਰ ਆ ਕੇ ਪੰਪ ਨੂੰ ਲਾ ਜਾ। ਉਹ ਜਾਂਦਾ, ਜਾ ਕੇ ਮੋਟਰ ਪੰਪ ਦੀ ਲਾ ਆਂਦਾ, ਪੰਪ ਚੱਲ ਜਾਂਦਾ। ਉਸ ਤੋਂ ਬਾਅਦ ਗਾਹੇ ਬਗਾਏ ਜਦੋਂ ਵੀ ਕੋਈ ਚੀਜ਼ ਖਰਾਬ ਹੋਣੀ ਇਹਨੇ ਹਸਨ ਸਲੀਮ ਨੂੰ ਫੋਨ ਕਰਨਾ ਰਜ਼ਾਕ ਨੇ ਕਿ ਉਹਨੇ ਘਰ ਆਣਾ ਤੇ ਆ ਕੇ ਤੇ ਜਿਹੜੀ ਚੀਜ਼ ਖਰਾਬ ਹੋਣੀ ਉਹਨੂੰ ਠੀਕ ਕਰ ਜਾਣਾ। ਇਸ ਤਰ੍ਹਾਂ ਉਹਦੀ ਆਣੀ ਜਾਣੀ ਉਹਨਾਂ ਦੇ ਘਰ ਸ਼ੁਰੂ ਹੋ ਗਈ। ਤੇ ਨਾਲ ਹਸਨ ਸਲੀਮ ਨੇ ਆਪਣਾ ਕਾਰਡ ਦੇ ਦਿੱਤਾ ਕਿ ਆ ਮੇਰਾ ਕਾਰਡ ਲੈ ਲਓ, ਜਦੋਂ ਵੀ ਤੁਹਾਨੂੰ ਕੋਈ ਮਸਲਾ ਹੋਵੇ, ਕੋਈ ਚੀਜ਼ ਖਰਾਬ ਹੋਵੇ, ਮੈਨੂੰ ਫੋਨ ਕਰ ਦਿਆ ਕਰੋ, ਮੈਂ ਆ ਜਾਇਆ ਕਰਾਂਗਾ। ਹੁਣ ਉਹ ਜਿਹੜਾ ਕਾਰਡ ਸੀ ਆਇਸ਼ਾ ਦੇ ਧੱਕੇ ਚੜ ਜਾਂਦਾ। ਹਸਨ ਦਾ ਜਿਹੜਾ ਉਹ ਦੇ ਕੇ ਗਿਆ ਸੀ, ਉਹਦੇ ਉੱਤੇ ਫੋਨ ਨੰਬਰ ਲਿਖਿਆ ਸੀ। ਤੇ ਆਇਸ਼ਾ ਜਿਹੜੀ ਆ ਇੱਕ ਦਿਨ ਫਿਰ ਇਹਨੂੰ ਮੈਸੇਜ ਕਰਦੀ ਹੈ ਹਸਨ ਸਲੀਮ ਨੂੰ, ਜਿਹਦੀ ਬਿਜਲੀ ਦੀ ਦੁਕਾਨ ਹਾਏ। ਇਹ ਜਿਹੜਾ ਹਾਏ ਦਾ ਲਫ਼ਜ਼ ਆ ਨਾ, ਇਹ ਸਾਰਿਆਂ ਨੂੰ ਲੈ ਪੈਂਦਾ। ਹਸਨ ਸਲੀਮ ਵੇਖਦਾ, ਹੈਰਾਨ ਰਹਿ ਜਾਂਦਾ, ਇਹ ਕਿਹਨੇ ਹਾਏ ਲਿਖ ਕੇ ਭੇਜਤਾ। ਤੇ ਉਹ ਕਹਿੰਦਾ ਕੌਣ? ਉਹ ਅੱਗੋਂ ਕਹਿੰਦੀ ਹੈ ਕਿ ਮੈਂ ਆਇਸ਼ਾ ਬੋਲ ਰਹੀ ਹਾਂ, ਰਜ਼ਾਕ ਦੀ ਬੇਟੀ। ਤੁਸੀਂ ਸਾਡੇ ਘਰ ਆਂਦੇ ਜਾਂਦੇ ਹੋ, ਮੈਂ ਤੁਹਾਨੂੰ ਵੇਖਿਆ ਤੇ ਤੁਸੀਂ ਬਹੁਤ ਖੂਬਸੂਰਤ ਹੋ, ਮੈਨੂੰ ਬੜੇ ਅੱਛੇ ਲੱਗੇ ਹੋ, ਮੈਨੂੰ ਪਿਆਰੇ ਲੱਗੇ ਹੋ। ਤੇ ਬੰਦੇ ਜਿਹੜੇ ਨੇ ਤੁਹਾਨੂੰ ਪਤਾ ਫਿਰ ਉਹ ਕੀ ਚਾਹੁੰਦੇ ਨੇ, ਇਹੀ ਚੀਜ਼ਾਂ ਚਾਹੁੰਦੇ ਨੇ ਨਾ ਬੰਦੇ ਜਿਹੜੇ ਨੇ। ਤੇ ਉਹ ਕਹਿੰਦਾ ਅੱਛਾ ਜੀ, ਬੜੀ ਮਿਹਰਬਾਨੀ ਜੀ, ਮੈਂ ਤੁਹਾਨੂੰ ਸੋਹਣਾ ਲੱਗਦਾ, ਅੱਛਾ ਲੱਗਦਾ। ਤੇ ਉਹ ਅੱਗੋਂ ਕਹਿੰਦੀ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਆ ਆਇਸ਼ਾ। ਤੇ ਹਸਨ ਕਹਿੰਦਾ ਠੀਕ ਆ, ਕਰ ਲਾ ਬਈ। ਉਹ ਫਿਰ ਬਸ ਹੌਲੀ ਹੌਲੀ ਰੋਜ਼ ਫੋਨ ਤੇ ਗੱਪਾਂ ਛੱਪਾਂ ਹੌਲੀ ਹੌਲੀ ਚੈਟ ਕਰਨੀ ਸ਼ੁਰੂ ਕਰ ਦਿੱਤੀ। ਤੇ ਇਹ ਜਿਹੜੀ ਗੱਪ ਸ਼ਪ ਚੈਟ ਸੀ, ਦੋਸਤੀ ਤੋਂ ਬਦਲ ਕੇ ਮੁਹੱਬਤ ਦੇ ਵਿੱਚ, ਮੁਹੱਬਤ ਤੋਂ ਬਦਲ ਕੇ ਫਿਰ ਸ਼ਾਦੀ ਤੱਕ ਪਹੁੰਚ ਗਈ। ਹੁਣ ਆਇਸ਼ਾ ਹਸਨ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਆ। ਹਾਲਾਂਕਿ ਆਇਸ਼ਾ ਜਿਹੜੀ ਆ ਆਪਣੇ ਕਜ਼ਨ ਨਾਲ ਮੰਗੀ ਹੋਈ ਸੀ, ਬਿਲਾਲ ਨਾਲ। ਉਹਦੀ ਪਹਿਲਾਂ ਮੰਗਣੀ ਵੀ ਹੋਈ ਸੀ, ਲੇਕਿਨ ਜਦੋਂ ਲੜਕੀ ਦੀ ਮੰਗਣੀ ਹੋ ਜਾਵੇ, ਉਸ ਲੜਕੀ ਨੂੰ ਚਾਹੀਦਾ ਨਾ ਉਹ ਰੁਝਾਨ ਜਿਹੜਾ, ਖਿਆਲ ਜਿਹੜਾ ਉਧਰ ਨੂੰ ਰੱਖੇ ਜਿੱਧਰ ਮੰਗਣੀ ਹੋਈ ਆ। ਵਿੱਚ ਹਸਨ ਆ ਟਪਕਿਆ ਤੇ ਇਹਨੇ ਹਸਨ ਦੇ ਨਾਲ ਗੱਪਸ਼ਪ ਲਾਣਾ ਸ਼ੁਰੂ ਕਰ ਦਿੱਤੀ। ਇੱਕ ਦਿਨ ਐਸਾ ਆਂਦਾ ਕਿ ਨਾਨਕੇ ਜਿਹੜੇ ਨੇ ਨਾ ਆਇਸ਼ਾ ਦੇ, ਉਹ ਘਰ ਆਏ ਹੁੰਦੇ ਨੇ, ਆ ਜਾਂਦੇ ਨੇ ਤੇ ਨਾਲ ਕਜ਼ਨ ਵੀ ਆਏ ਹੁੰਦੇ ਨੇ। ਤੇ ਇਹ ਆਇਸ਼ਾ ਨੂੰ ਚੈਟ ਕਰਦੇ ਹਾਂ ਵੇਖਦੇ ਆ, ਆਇਸ਼ਾ ਉਸ ਹਸਨ ਸਲੀਮ ਦੇ ਨਾਲ ਲੱਗੀ ਆ, ਮੈਸੇਜ ਤੇ ਮੈਸੇਜ ਠਾ ਮੈਸੇਜ ਉਹਦਾ ਨੂੰ ਕਰਨ ਲੱਗੀ ਹਸਨ ਸਲੀਮ ਨੂੰ। ਤੇ ਨਾਲ ਨਾਲ ਹੱਸੀ ਜਾਂਦੀ ਆ, ਮੁਸਕਰਾਈ ਜਾਂਦੀ। ਜਦੋਂ ਕੋਈ ਚੀਜ਼ਾਂ ਲਿਖੋ ਤੇ ਫਿਰ ਹਾਸਾ ਬੰਦੇ ਨੇ ਮੂੰਹ ਦਾ, ਚਿਹਰੇ ਦੇ ਤਾਸਰਾਤ ਪਹਿਚਾਣੇ ਜਾਂਦੇ ਨੇ। ਉਹ ਜਿਹੜੇ ਕਜ਼ਨ ਨੇ ਉਹਨਾਂ ਨੇ ਨਾ ਦੱਸਿਆ ਇਹਨੂੰ, ਰਜ਼ਾਕ ਨੂੰ ਤੇ ਇਹਦੀ ਅੰਮੀ ਨੂੰ, ਵੀ ਆਇਸ਼ਾ ਦੇ ਜਿਹੜੇ ਰੰਧ ਆ ਨਾ, ਚਾਲ ਚਲਣ ਸਹੀ ਨਜ਼ਰ ਨਹੀਂ ਆਉਂਦੇ। ਕਿਸੇ ਨੇ ਗੱਪਸ਼ਪ ਲਾਉਂਦੀ ਆ, ਫੋਨ ਤੇ ਲੱਗੀ ਰਹਿੰਦੀ ਹੈ, ਚੈਟ ਕਰਦੀ ਆ ਤੇ ਮੁਸਕਰਾਉਂਦੀ ਆ। ਉਹ ਆਇਸ਼ਾ ਦੇ ਵਾਲਦ ਨੇ, ਰਜ਼ਾਕ ਨੇ ਤੇ ਉਹਦੀ ਬੀਵੀ ਸੋਬੀਆ ਨੇ ਆਇਸ਼ਾ ਨੂੰ ਬੁਲਾਇਆ, ਪੁੱਛਿਆ ਹਾਂ ਬਈ ਤੂੰ ਕਿਹਦੇ ਨਾਲ ਚੈਟ ਕਰਦੀ, ਕੀ ਕਰਦੇ? ਉਹਨੇ ਕਿਹਾ ਜੀ ਮੈਂ ਕਿਸੇ ਨਾਲ ਕੋਈ ਗੱਪਸ਼ਪ ਨਹੀਂ ਲਾਉਂਦੀ, ਇਹ ਫਜ਼ੂਲ
ਗੱਲਾਂ ਕਰਦੇ ਨੇ, ਮੇਰੇ ਤੇ ਸਵਾਏ ਇਲਜ਼ਾਮ ਤੋਂ ਹੋਰ ਕੋਈ ਚੀਜ਼ ਨਹੀਂ, ਇਲਜ਼ਾਮ ਤਰਾਸ਼ੀ ਕਰਦੇ ਨੇ। ਖੈਰ ਵਾਲਦ ਜਿਸ ਵੇਲੇ ਜਾਂਦਾ ਅੰਦਰ, ਉਹਦੇ ਕੋਲੋਂ ਮੋਬਾਈਲ ਖੋਹ ਲੈਂਦਾ, ਹੋ ਕੇ ਤੇ ਚੈੱਕ ਕਰਦਾ, ਦੇਖਦਾ ਚੈਟ ਹਸਨ ਸਲੀਮ ਦੇ ਨਾਲ ਲੱਗੀ ਹੋਈ ਆ ਕਰਨ। ਵਾਲਦ ਬੜਾ ਪਰੇਸ਼ਾਨ ਹੋ ਗਿਆ, ਸ਼ਰਮਿੰਦਾ ਹੋ ਗਿਆ। ਉਹ ਇੱਕ ਤਾਸਰਾਤ ਚਿਹਰੇ ਤੇ ਨਮੋਸ਼ੀ ਤਾਰੀ ਹੋ ਜਾਂਦੀ ਆ, ਬੰਦਾ ਸ਼ਰਮਿੰਦਾ ਹੋ ਜਾਂਦਾ ਤੇ ਉਹ ਕਹਿੰਦਾ ਕਿ ਇਹ ਕੀ ਬਣਿਆ। ਉਹ ਜਦੋਂ ਚੈਟ ਫੜ ਲਈ ਤੇ ਫਿਰ ਐਸ਼ਾ ਨੂੰ ਪੁੱਛਿਆ ਤੂੰ ਇਹ ਕਿਉਂ ਕਰਦੀ ਆ? ਉਹਨੇ ਕਿਹਾ ਮੈਂ ਇਹਦੇ ਨਾਲ ਸ਼ਾਦੀ ਕਰਾਣੀ। ਉਹਨੇ ਆਪਣੇ ਅੱਬੇ ਨੂੰ ਸਿੱਧਾ ਹੀ ਕਹਿਤਾ ਕਿ ਮੈਂ ਹਸਨ ਸਲੀਮ ਦੇ ਨਾਲ ਸ਼ਾਦੀ ਕਰਵਾਣੀ ਆ। ਤੇ ਵਾਲਦ ਕਹਿੰਦਾ ਤੇਰਾ ਦਿਮਾਗ ਠੀਕ ਆ ਤੇ ਤੇਰੀ ਮੰਗਣੀ ਹੋਈ ਹੈ ਤੇਰੇ ਬਲਾਲ ਨਾਮੀ ਕਜ਼ਨ ਦੇ ਨਾਲ ਤੇ ਤੇਰੀ ਸ਼ਾਦੀ ਅਸੀਂ ਉੱਥੇ ਕਰਨੀ ਆ ਤੇ ਤੂੰ ਕਹਿੰਦੀ ਮੈਂ ਇੱਥੇ ਵਿਆਹ ਕਰਾਣਾ ਆ। ਖੈਰ ਉਹ ਬੱਚੀ ਜਿਹੜੀ ਜ਼ਿੱਦ ਕਰਦੀ ਆ, ਉਹਨੇ ਉਹਨੂੰ ਮਾਰਿਆ ਮੋਰਿਆ ਵੀ, ਉਹਦੀ ਛਤਰੌਲ ਕੀਤੀ, ਫੈਂਟੀ ਸ਼ੈਂਟੀ ਚਾੜੀ, ਲੇਕਿਨ ਉਹ ਇਸ਼ਕ ਦਾ ਭੂਤ ਸਵਾਰ ਸੀ, ਉਹਨੂੰ ਕੋਈ ਅਸਰ ਨਹੀਂ ਹੋਇਆ। ਉਹਨੇ ਕਿਹਾ ਅਗਰ ਮੈਂ ਕਰਾਣਾ ਵਿਆਹ ਤਾਂ ਹਸਨ ਦੇ ਨਾਲ ਕਰਾਣਾ, ਵਰਨਾ ਮੈਂ ਮਰ ਜਾਵਾਂਗੀ। ਤੇ ਹੁਣ ਇਹ ਜਿਹੜਾ ਰਜ਼ਾਕ ਆਪਣੇ ਸਾਲਿਆਂ ਨੂੰ ਫੋਨ ਕਰਦਾ, ਇਹਦੇ ਲੜਕੀ ਦੇ ਐਸ਼ਾ ਦੇ ਮਾਮਿਆਂ ਨੂੰ। ਉਹ ਸਾਲੇ ਜ਼ਰਾ ਚੰਗੇ ਟੌਰ ਟੱਪੇ ਵਾਲੇ ਹੁੰਦੇ ਨੇ, ਕੋਈ ਬਦਮਾਸ਼ ਲੈਵਲ ਦੇ ਬੰਦੇ ਹੁੰਦੇ ਨੇ। ਸਾਲੇ ਆ ਜਾਂਦੇ ਨੇ, ਸਾਲਾ ਆਂਦਾ ਆ ਕੇ ਤੇ ਉਹਨੂੰ ਸਮਝਾਉਂਦਾ ਬੇਟਾ ਇਸ ਤਰ੍ਹਾਂ ਨਾ ਕਰ, ਤੇਰੀ ਸ਼ਾਦੀ ਬਿਲਾਲ ਨਾਲ ਕਰਨੀ, ਕਜ਼ਨ ਨਾਲ। ਉਹ ਕਹਿੰਦੀ ਮੈਂ ਸ਼ਾਦੀ ਕਰਾਣੀ ਤੇ ਹਸਨ ਸਲੀਮ ਨਾਲ ਹੀ ਕਰਾਣੀ ਆ। ਘਰ ਉਹਨੇ ਆ ਕੇ ਹਵਾਈ ਫੈਰ ਸ਼ਹਿਰ ਕੱਢੇ, ਉਹਨੂੰ ਡਰਾਇਆ ਧਮਕਾਇਆ, ਲੇਕਿਨ ਉਹ ਬੱਚੀ ਜਿਹੜੀ ਆ ਐਸ਼ਾ ਨਾ ਡਰੀ। ਆਖਰਕਾਰ ਇੱਕ ਦਿਨ ਐਸਾ ਆਂਦਾ ਕਿ 30 ਮਈ ਨੂੰ ਰਾਤ ਨੂੰ 3 ਵਜੇ ਇਹ ਹਸਨ ਦੇ ਨਾਲ ਸੈਟਿੰਗ ਕਰਕੇ ਪਲਾਨਿੰਗ ਬਣਾ ਕੇ ਤੇ ਦੋਨੋਂ ਲਾਹੌਰ ਸਿੱਧੇ ਜਾਂਦੇ ਨੇ। ਉੱਥੇ ਜਾ ਕੇ ਕੋਰਟ ਦੇ ਵਿੱਚ ਕੋਰਟ ਮੈਰਿਜ ਕਰ ਲੈਂਦੇ ਨੇ, ਸ਼ਾਦੀ ਕਰ ਲੈਂਦੇ ਨੇ। ਜਿਸ ਵੇਲੇ ਸ਼ਾਦੀ ਕਰ ਲੈਂਦੇ ਨੇ, ਜਦੋਂ ਸੁਬਾਹ ਉੱਠਦੇ ਆ ਤੇ ਰਜ਼ਾਕ ਤੇ ਸੋਬੀਆ ਦੇਖਦੇ ਆ ਸਾਡੀ ਬੱਚੀ ਜਿਹੜੀ ਆ ਉਹ ਹੈ ਨਹੀਂ। ਉਹਨਾਂ ਨੂੰ ਪਤਾ ਸੀ ਹਸਨ ਦੇ ਨਾਲ ਚਲੇ ਗਈ ਆ। ਉਹ ਸਿੱਧਾ ਹਸਨ ਦੇ ਘਰ ਗਏ। ਹਸਨ ਸਲੀਮ ਦੇ ਵਾਲਦ ਨੂੰ ਜਾ ਕੇ ਪੁੱਛਿਆ ਹਸਨ ਕਿੱਥੇ ਆ? ਤੇ ਉਹਦਾ ਵਾਲਦ ਕਹਿੰਦਾ ਕਿ ਹਸਨ ਅੰਦਰ ਸੁੱਤਾ ਹੋਏਗਾ, ਅੰਦਰ ਪਿਆ। ਤੇ ਉਹ ਸਿੱਧੇ ਜਿਸ ਵੇਲੇ ਅੰਦਰ ਗਏ ਤੇ ਉੱਥੇ ਹਸਨ ਬਿਸਤਰੇ ਤੇ ਹੈ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਹਦਾ ਮਤਲਬ ਤੂੰ ਵੀ ਨਾਲ ਰਲਿਆ ਹੋਇਆ। ਉਹਨੇ ਕਿਹਾ ਕੀ ਮਾਮਲਾ, ਕੀ ਝਗੜਾ? ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ, ਮੈਂ ਕਾਹਦੇ 'ਚ ਰਲਿਆ ਹੋਇਆ। ਉਹਨਾਂ ਨੇ ਫਿਰ ਸਾਰੀ ਗੱਲਬਾਤ ਦੱਸੀ ਤੇ ਵਾਲਦ ਨੂੰ ਵੀ ਨਹੀਂ ਸੀ ਪਤਾ ਹਸਨ ਸਲੀਮ ਪੇ ਕੀ ਕਰ ਰਿਹਾ। ਖੈਰ ਇਹ ਇੱਥੋਂ ਫਿਰ ਰਜ਼ਾਕ ਹੋਣੇ ਜਿਹੜੇ ਨੇ ਨਿਕਲ ਜਾਂਦੇ ਨੇ, ਜਾ ਕੇ ਤੇ ਥਾਣੇ ਪਰਚਾ FIR ਦਰਜ ਕਰਾਉਂਦੇ ਨੇ, ਮੁਕੱਦਮਾ। ਤੇ ਮੁਕੱਦਮਾ ਜਿਹੜਾ ਨਾਮਜ਼ਦ ਦਰਜ ਕਰਾਇਆ ਗਿਆ ਹਸਨ ਦੇ ਉੱਤੇ, ਔਰ ਉਹਦੇ ਵਿੱਚ ਲਿਖਿਆ ਗਿਆ ਕਿ ਇਹਨਾਂ ਨੇ ਗਲਤਕਾਰੀ ਵਾਸਤੇ ਔਰ ਫਾਹਿਸ਼ੀ ਵਾਸਤੇ ਸਾਡੀ ਲੜਕੀ ਨੂੰ ਅਗਵਾ ਕੀਤਾ, ਕਰਵਾ ਕੇ ਤੇ ਇਸ ਤਰ੍ਹਾਂ ਉਹਨੂੰ ਗਾਇਬ ਕਰ ਦਿੱਤਾ। ਤੇ ਹੁਣ ਜਿਹੜਾ ਪੁਲਿਸ ਜਿਹੜੀ ਆ ਉਹ ਇਹਨਾਂ ਦੇ ਘਰ ਛਾਪੇ ਮਾਰਦੀ ਆ ਤੇ ਜਿਸ ਵੇਲੇ ਪੁਲਿਸ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ, ਇਹ ਫਿਰ ਯਾਰਾਂ ਦੋਸਤਾਂ ਨਾਲ ਹਸਨ ਸਲੀਮ ਮਸ਼ਵਰਾ ਕਰਦਾ। ਯਾਰ ਦੋਸਤ ਕਹਿੰਦੇ ਨੇ ਤੁਸੀਂ ਪੇਸ਼ ਹੋ ਜਾ ਕੇ 104 ਦਾ ਜਿਹੜਾ ਬਿਆਨ ਆ ਉਹ ਦੇ ਦਿਓ ਜਾ ਕੇ। ਤੇ ਇਹ ਜਾਂਦੇ ਨੇ, ਜਾ ਕੇ ਤੇ 104 ਦਾ ਬਿਆਨ ਦੇ ਦਿੰਦੇ ਨੇ। ਪੁਲਿਸ ਜਿਹੜੀ ਆ ਸਾਈਡ ਤੇ ਹੋ ਜਾਂਦੀ ਹੈ, ਕਿਉਂਕਿ ਉਹ ਜਦੋਂ ਕੋਰਟ ਮੈਰਿਜ ਕੀਤੀ ਹੈ ਕੋਈ ਬੰਦਾ ਵੀ ਉਹਨੂੰ ਚੈਲੰਜ ਨਹੀਂ ਕਰ ਸਕਦਾ। ਇਹ ਨਾ ਫਿਰ ਇਸ ਨਿਕਾਹ ਦਾ ਜਿੰਨਾ ਵੀ ਯਾਨੀ ਬੰਦੋਬਸਤ ਸੀ, ਹਸਨ ਸਲੀਮ ਦੇ ਦੋ ਦੋਸਤ ਸੀ ਜ਼ੈਨ ਤੇ ਅਲੀ, ਉਹਨਾਂ ਨੇ ਬੰਦੋਬਸਤ ਕੀਤਾ। ਗਾਂ ਫਿਰ ਉਹਨਾਂ ਨੇ ਲਾਹੌਰ ਦੇ ਵਿੱਚ ਸੁੰਦਰ ਸਟੇਟ ਏਰੀਆ ਦੇ ਵਿੱਚ ਇੱਕ ਨਾ ਇਹਨਾਂ ਨੂੰ ਮਕਾਨ ਕਿਰਾਏ ਤੇ ਲੈ ਕੇ ਦੇ ਦਿੱਤਾ। ਇਹਨਾਂ ਨੇ ਉੱਥੇ ਰਹਿਣਾ ਸ਼ੁਰੂ ਕਰਤਾ ਉਸ ਮਕਾਨ ਦੇ ਵਿੱਚ। ਤੇ ਫਿਰ ਜਿਹੜੀ ਬੀਵੀ ਆ ਨਾ ਮਾਮੂ ਦੇ ਘਰ ਵਾਲੀ, ਤੇ ਉਹ ਮਾਮੀ ਐਸ਼ਾ ਨੂੰ ਫੋਨ ਕਰਦੀ ਆ, ਐਸ਼ਾ ਪੁੱਤ ਅਸੀਂ ਤੁਹਾਡਾ ਅੱਜ ਖਾਣੇ ਦਾ ਬੰਦੋਬਸਤ ਕੀਤਾ ਤੇ ਨਾਲ ਤੇਰੇ ਵਾਲਦ ਦੇ ਨਾਲ ਤੁਹਾਡੀ ਸੁਲ੍ਹਾ ਕਰਾ ਦੇਣੀ ਆ, ਤੁਸੀਂ ਇੱਥੇ ਅੱਜ ਸਾਡੇ ਕੋਲ ਸਰਾਏ ਆਲਮਗੀਰ ਆ ਜਾਓ ਦਾਵਤ ਤੇ। ਇਹ ਉੱਥੋਂ ਨਿਕਲਦੇ ਨੇ ਤੇ ਇਹਨਾਂ ਨੇ ਕਿਹਾ ਚਲੋ ਵਾਲਦ ਨਾਲ ਸੁਲ੍ਹਾ ਹੋ ਜਾਏਗੀ। ਇਹ ਵੀ ਉਹਨਾਂ ਦੇ ਝਾਂਸੇ ਦੇ ਵਿੱਚ ਆ ਗਏ। ਸਰਾਏ ਆਲਮਗੀਰ ਮਾਮੂ ਦੇ ਘਰ ਪਹੁੰਚਦੇ ਨੇ। ਜੋ ਹੀ ਮਾਮੂ ਦੇ ਘਰ ਪਹੁੰਚਦੇ ਨੇ, ਮਾਮੂ ਹੁਣੀ ਅੰਦਰ ਬਿਠਾਉਂਦੇ ਨੇ ਤੇ ਬਾਹਰੋਂ ਤਾਲਾ ਮਾਰ ਦਿੰਦੇ ਨੇ। ਬਸ ਫਿਰ ਅੰਦਰ ਛਿੱਤਰ ਪਰੇਡ ਇਹਨਾਂ ਦੀ ਸ਼ੁਰੂ ਹੋ ਜਾਂਦੀ ਆ ਤੇ ਉੱਥੇ ਹੀ ਇਹਨਾਂ ਦੋਨਾਂ ਨੂੰ ਮਾਰ ਦਿੱਤਾ ਜਾਂਦਾ। ਤੇ ਫਿਰ ਹਸਨ ਸਲੀਮ ਦਾ ਵਾਲਦ ਥਾਣੇ ਜਾਂਦਾ, ਜਾ ਕੇ ਤੇ ਪਰਚਾ ਦਰਜ ਕਰਾਉਣ ਦਾ, FIR ਦਰਜ ਕਰਾਉਂਦਾ। ਤੇ ਇਸ ਤਰ੍ਹਾਂ ਇਹ ਮੁਕੱਦਮਾ ਸੀ ਜਿਹੜਾ ਹੁਣ ਉਹਨਾਂ ਦੇ ਉੱਤੇ ਪੈ ਗਿਆ। ਦਰਜ ਕਰਾਈ FIR ਤੇ ਇਹ ਵਾਕਿਆ ਸੀ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ। ਲੜਕੀਆਂ ਨੂੰ ਵੀ ਚਾਹੀਦਾ ਕਿ ਮਾਂ-ਬਾਪ ਦੀ ਇੱਜ਼ਤ ਨਾ ਰੋਲਣ, ਕਿਉਂਕਿ ਜਦੋਂ ਘਰੋਂ ਕਦਮ ਚੁੱਕਣਾ ਬਹੁਤ ਬੜਾ ਗਲਤ ਕੰਮ ਆ। ਮਾਂ-ਬਾਪ ਦੀ ਇੱਜ਼ਤ ਜਿਹੜੀ ਆ ਰੁੱਲ ਜਾਂਦੀ ਆ। ਇਹ ਮੁਹੱਬਤ ਜਿਹੜੀ ਆ 4 ਦਿਨ ਦੀ ਆ, ਮੁੜ ਕੇ ਖਤਮ ਹੋ ਜਾਂਦੀ ਆ, ਮੁੜ ਕੇ ਲੜਾਈ ਝਗੜੇ। ਤੇ ਅਗਰ ਉਹਨਾਂ ਨੇ ਕੋਰਟ ਮੈਰਿਜ ਵੀ ਕਰ ਲਈ ਸੀ, ਚਲੋ ਕੋਈ ਗੱਲ ਨਹੀਂ, ਉਹਨਾਂ ਨੂੰ ਆਪਣੀ ਫਿਰ ਜ਼ਿੰਦਗੀ ਜੀਣ ਦਿੰਦੇ, ਉਹਨਾਂ ਨੂੰ ਵੀ ਮਾਰਨਾ ਨਹੀਂ ਸੀ ਚਾਹੀਦਾ। ਬਹਰਹਾਲ ਦੋਨਾਂ ਤਰਫਾਂ ਤੋਂ ਮੇਰਾ ਖਿਆਲ ਆ ਗਲਤ ਕੰਮ ਹੋਇਆ। ਤੁਸੀਂ ਆਪਣੇ ਰਾਏ ਦਾ ਇਜ਼ਹਾਰ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਕਰਨਾ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।